हलचल टुडे देख रहे सारे दर्शकों का स्वागत है। मैं कीर्ति तहसील माणकू के नेड़े जिहड़ा अधीन पैंदा पिंड माणकू आ, उत्थे निहाल सिंह तहसील पैंदा माणकू पिंड है कि चलदियां गड्डी दे विचों कुड़ियां नूं गोलियां मारियां गईयां। दो सखियां भैणां अमनदीप ते कमलप्रीत नूं गोलियां दे नाल जिहड़ा उन्हां नूं मौत दे घाट उतारिया गया। की मामला है अज उहदे तहत उन्हां दे दोषियां नूं फांसी देण दी गल जिहड़ी आ ओह आखी जा रही। पहले की मामला है कि इस कहा जा रहा है कि चलदी गड्डी दे विच उन्हां दो सखियां भैणां नूं गोली जिहड़ियां मारियां गईयां। ਇਹ ਮਾਮਲਾ ਜੀ ਪੰਜਾਬ ਦੇ ਵਿੱਚ ਵੱਧ ਰਹੇ ਜਾਤੀਵਾਦ, ਗੁੰਡਾ ਰਾਜ ਔਰ ਦਲਿਤਾਂ ਨੂੰ ਦਮਨਕਾਰੀ ਨੀਤੀਆਂ ਦੇ ਖਿਲਾਫ ਜਿਹੜਾ ਹੋਇਆ ਆ। ਕਿਉਂਕਿ ਉਸ ਵਿਅਕਤੀ ਦੀ ਮਾਨਸਿਕਤਾ, ਉਹਨੇ ਸੋਚਿਆ ਵੀ ਕੁੜੀ ਮੇਰੇ ਨਾਲ ਰਾਜੀ ਨਹੀਂ ਹੋਈ ਤਾਂ ਉਹਨੇ ਦੋ ਕੁੜੀਆਂ ਨੂੰ ਗੋਲੀ ਮਾਰ ਦਿੱਤਾ। ਇਹ ਤੋਂ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਗੁੰਡਾ ਰਾਜ ਲਾਗੂ ਆ। ਲੋਕਤੰਤਰੀ ਪ੍ਰਬੰਧ ਇੱਥੇ ਖਤਮ ਹੋ ਚੁੱਕਾ। ਲੋਕਤੰਤਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਹਰ ਵਿਅਕਤੀ ਕਿਸੇ ਨਾਲ ਕਿਸੇ ਚੀਜ਼ ਨੂੰ ਹਥਿਆਰ ਨਾਲ ਦਬਾਉਣਾ ਚਾਹੁੰਦਾ। ਖਾਸ ਕਰ ਦਲਿਤਾਂ ਦੇ ਉੱਤੇ ਬਹੁਤ ਵੱਡਾ ਜੁਰਮ ਜਿਹੜਾ ਵਧਿਆ ਆ। ਦਲਿਤਾਂ ਦੇ ਉੱਤੇ ਪੰਜਾਬ ਸਰਕਾਰ ਨੇ, ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ, ਕੋਈ ਵੀ ਸਖਤ ਕਦਮ ਨਹੀਂ ਚੱਕੇ ਜਾਂਦੇ। ਪਹਿਲੇ ਲੱਗਦਾ ਨਹੀਂ ਕਿ ਜਿਹੜੀਆਂ ਸਰਕਾਰਾਂ ਤੋਂ ਸਾਨੂੰ ਉਮੀਦ ਹੁੰਦੀ ਆ ਕਿ ਉਹੀ ਸਰਕਾਰਾਂ ਦੇ ਨੁਮਾਇੰਦਿਆਂ ਦੇ ਬੱਚੇ ਜਦੋਂ ਇਹੋ ਜਿਹੀਆਂ ਚੀਜ਼ਾਂ ਕਰਦੇ ਆ ਉਹਨੂੰ ਆਪਾਂ ਕਿਵੇਂ ਦੇਖਦੇ ਆ? ਇਹ ਮੈਂ ਸਮਝਦਾ ਛੋਟੀ ਗੱਲ ਨਹੀਂ ਹੈਗੀ, ਕਿਉਂਕਿ ਜਦੋਂ ਇਹ ਪਹਿਲਾਂ ਛੋਟੀਆਂ ਕਰਤੂਤਾਂ ਕਰਦੇ ਆ ਇਹ ਵਿਗੜੇ ਲੋਕ, ਤਾਂ ਫਿਰ ਉਦੋਂ ਜਿਹੜੇ ਆ ਐਮਐਲਏ ਸਿਫਾਰਸ਼ਾਂ ਕਰਕੇ, ਮੰਤਰੀ ਸਿਫਾਰਸ਼ਾਂ ਕਰਕੇ ਇਹਨਾਂ ਗੁੰਡਿਆਂ ਬੱਚਿਆਂ ਨੂੰ ਬਚਾ ਲੈਂਦੇ ਆ। ਇਸ ਕਰਕੇ ਉਹਨਾਂ ਦੇ ਹੌਸਲੇ ਇਸ ਕਦਰ ਵੱਧ ਜਾਂਦੇ ਆ। ਉਹ ਕਹਿੰਦੇ ਅਸੀਂ ਜੋ ਮਰਜ਼ੀ ਕਰ ਲਈਏ, ਸਾਨੂੰ ਕਿਹੜਾ ਕੁਝ ਕਹਿ ਲੈਣਾ। ਔਰ ਇਹ ਸੋਚਦੇ ਆ ਵੀ ਜਿਹੜਾ 5-7 ਲੱਖ ਦੇ ਕੇ ਮਾਮਲਾ ਅਸੀਂ ਸੈਟਲ ਡਾਊਨ ਕਰ ਲਈਦਾ ਆ। ਇਹ ਕਿਉਂਕਿ ਇਹਨਾਂ ਦੇ ਹੌਸਲੇ ਬੜੇ ਵੱਧ ਗਏ ਆ। ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਅੱਜ ਇਕੱਠ ਕੀਤਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਇਕੱਠ ਕਰਕੇ ਇਹੋ ਜਿਹੀਆਂ ਨੀਤੀਆਂ ਨੂੰ ਰੋਕਣਾ ਪਊਗਾ। ਨਹੀਂ ਤਾਂ ਸਾਡੀਆਂ ਧੀਆਂ ਭੈਣਾਂ ਪੰਜਾਬ ਦੀ ਧਰਤੀ 'ਤੇ ਸੁਰੱਖਿਅਤ ਨਹੀਂ ਹੈਗੀਆਂ। ਪਹਿਲਾਂ ਪਰ ਜਦੋਂ ਅਸੀਂ ਦੇਖਦੇ ਸੀਗੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਸੀ ਕੁੜੀਆਂ ਨੂੰ ਲੈ ਕੇ, ਕਦੀ ਕੱਪੜਿਆਂ ਤੇ ਟਿੱਪਣੀਆਂ ਕਰਦੇ ਸੀ ਜਾਂ ਕਿਸੇ ਹੋਰ ਚੀਜ਼ਾਂ ਤੇ, ਪਰ ਹੁਣ ਪੰਜਾਬ ਦੇ ਵਿੱਚ ਇਹ ਘਟਨਾ ਦੁਬਾਰਾ ਵਾਪਰਨੀ ਆ। ਪਹਿਲਾਂ ਵੀ ਬਹੁਤ ਸਾਰੀਆਂ ਵਾਪਰੀਆਂ ਨਜ਼ਰਅੰਦਾਜ਼ ਕੀਤੀਆਂ ਜਾਂਦੀਆਂ ਨੇ, ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਨੇ। ਕਿਵੇਂ ਦੇਖਦੇ ਹੋ ਕਿ ਦੁਬਾਰਾ ਉਹ ਚੀਜ਼ ਦੁਹਰਾਈ ਗਈ? ਦੋ ਭੈਣਾਂ ਸਕੀਆਂ, ਅੱਜ ਤੋਂ 2016 ਦੇ ਵਿੱਚ ਵੀ ਹਰਿਆਣੇ ਦੇ ਵਿੱਚ ਹੋਇਆ ਸੀ, ਦੋ ਭੈਣਾਂ ਨੂੰ ਮਾਰਿਆ ਗਿਆ ਸੀ, ਉਹ ਵੀ ਦਲਿਤ ਸੀਗੀਆਂ। ਹੁਣ ਦੁਬਾਰਾ ਫਿਰ ਦਲਿਤਾਂ ਤੇ ਅਟੈਕ ਕਰਨੇ ਸ਼ੁਰੂ ਹੋ ਗਏ। ਕਿਵੇਂ ਦੇਖਦੇ ਹੋ? ਮੈਂ ਦੇਖਦਾ ਕਿ ਅੱਜ ਵੀ ਜਿਹੜਾ ਦਲਿਤਾਂ ਦੇ ਉੱਤੇ ਏਡੀ ਵੱਡੀ ਜ਼ੁਲਮ ਜਾਤੀ ਹੋ ਰਹੀ ਆ ਔਰ ਦਲਿਤਾਂ ਦੇ ਬੱਚਿਆਂ ਨੂੰ ਖਾਸ ਕਰਕੇ ਉਹਨਾਂ ਦੇ ਉੱਤੇ ਹਮਲੇ ਹੋ ਰਹੇ, ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ। ਜਿਹੜੇ ਬੱਚੇ ਪੜ੍ਹ ਰਹੇ ਆ, ਜਿਹੜੇ ਸਕੂਲਾਂ ਕਾਲਜਾਂ ਜਾਂਦੇ ਆ, ਮੈਂ ਸਮਝਦਾ ਕਿ ਦਲਿਤ ਸਮਾਜ ਜਿਹੜਾ ਉਹ ਤਰੱਕੀ ਕਰਨ ਲੱਗਾ। ਕਿਉਂਕਿ ਪਹਿਲਾਂ ਇਹ ਲੋਕ ਸਾਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀਗੇ, ਹੁਣ ਸਾਡੇ ਬੱਚੇ ਆਈਲੈਟਸ ਕਰਕੇ ਬਾਹਰ ਜਾ ਰਹੇ ਆ, ਕੈਨੇਡਾ ਅਮਰੀਕਾ ਵਿੱਚ ਜਾ ਰਹੇ ਆ, ਇਹਨਾਂ ਦਾ ਬਰਾਬਰ ਮੁਕਾਬਲਾ ਕਰ ਰਹੇ ਆ। ਕਿਉਂਕਿ ਆਈਲੈਟਸ ਦੇ ਵਿੱਚ ਕੋਈ ਆਰਕਸ਼ਣ ਨਹੀਂ ਹੈਗਾ, ਕੋਈ ਰਿਜ਼ਰਵੇਸ਼ਨ ਨਹੀਂ ਹੈਗੀ। ਇਸ ਕਰਕੇ ਇਹਨਾਂ ਦੇ ਕੋਲ ਸਾਨੂੰ ਹੋਰ ਕੋਈ ਰੋਕਣ ਦਾ ਸਾਧਨ ਨਹੀਂ ਹੈਗਾ। ਇਹ ਸਾਡੇ ਉੱਤੇ ਹਮਲੇ ਕਰਦੇ ਆ, ਗੋਲੀਆਂ ਮਾਰ ਰਹੇ ਆ ਔਰ ਸਾਡੇ ਬੱਚਿਆਂ ਨੂੰ ਰਸਤੇ ਵਿੱਚ ਛੇੜਖਾਨੀ ਕਰਕੇ, ਜਲੀਲ ਕਰਕੇ ਸਾਨੂੰ ਪੜ੍ਹਨ ਤੋਂ ਜਿਹੜਾ ਅੱਗੇ ਆਉਣ ਤੋਂ, ਕਿਉਂਕਿ ਦਲਿਤਾਂ ਦੇ ਬੱਚਿਆਂ ਦਾ ਮੁਕਾਬਲਾ ਉੱਦਾਂ ਨਹੀਂ ਕੀਤਾ ਜਾ ਸਕਦਾ। ਇਹ ਸਿਰਫ ਉਹਨਾਂ ਦੇ ਮੱਥੇ ਦੇ ਉੱਤੇ ਜਾਤੀ ਜਿਹੜੀ ਆ ਉਹ ਮੜ ਕੇ। ਔਰ ਤੁਸੀਂ ਦੇਖ ਰਹੇ ਆ ਕਿ ਇਸ ਪਿੰਡ ਦੇ ਲੋਕ, ਸ਼ੇਖਾ ਖੁਰਦ ਪਿੰਡ ਦੇ ਲੋਕ ਜਿਹੜੇ ਇੱਕ ਕੁੜੀਆਂ ਦੇ ਖਿਲਾਫ ਖੁੱਲ੍ਹ ਕੇ ਬੋਲ ਰਹੇ ਆ। ਕਿਉਂਕਿ ਦੋਸ਼ੀ ਜਿਹੜਾ ਉਹਨਾਂ ਦੀ ਜਾਤ ਦੇ ਨਾਲ ਸੰਬੰਧ ਰੱਖਦਾ ਹੈਗਾ, ਜਦ ਕਿ ਸਾਡੇ ਗੁਰੂਆਂ ਨੇ ਕਿਹਾ ਸੋ ਕਿਉਂ ਮੰਦਾ ਆਖੀਏ ਜਿਸ ਜਨਮੇ ਰਾਜਾਨ। ਔਰ ਮੈਂ ਸਮਝਦਾ ਕਿ ਮੁੰਡੇ ਨੇ ਤਾਂ ਜਿਹੜਾ ਕੁੜੀਆਂ ਦਾ ਕਤਲ ਕੀਤਾ ਹੀ ਕੀਤਾ। ਉਸ ਪਿੰਡ ਦੇ ਲੋਕ ਗੁਰੂਆਂ ਰਹਿਬਰਾਂ ਦੀ ਸੋਚ ਦਾ, ਬਾਣੀ ਦਾ, ਇਨਸਾਨੀਅਤ ਦਾ ਕਤਲ ਕਰ ਰਹੇ ਆ, ਜਿਹੜਾ ਪੰਜਾਬ ਦੇ ਲਈ ਬਹੁਤ ਮਾੜਾ ਆ। ਔਰ ਅਸੀਂ ਗਾਂ ਤੋਂ ਇਹ ਘਟਨਾ ਨਾ ਵਾਪਰੇ ਉਹਦੇ ਲਈ ਅਸੀਂ ਰੋਸ ਮੁਜ਼ਾਹਰਾ ਕਰ ਰਹੇ ਹਾਂ। ਔਰ ਅਸੀਂ ਚਾਹੁੰਦੇ ਹਾਂ ਕਿ ਪੂਰੇ ਦੇਸ਼ ਦੇ ਵਿੱਚ ਹਰ ਗਲੀ ਮੁਹੱਲੇ ਦੇ ਵਿੱਚ, ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਜੇ ਸਾਂਝੀਆਂ ਮੰਨਦੇ ਆ, ਉਹਨਾਂ ਨੂੰ ਜਾਤੀ ਤੌਰ ਤੇ ਨਹੀਂ ਦੇਖਦੇ, ਤਾਂ ਹਰ ਇੱਕ ਇਨਸਾਨ ਨੂੰ ਇਸ ਰੋਜ਼ ਦੇ ਵਿੱਚ ਸ਼ਾਮਲ। ਵਰੁਣ ਸਰ, ਪਰ ਕਿਵੇਂ ਦੇਖਦੇ ਹੋ? ਕਿਉਂਕਿ ਹਰ ਵਾਰੀ ਇਹ ਚੀਜ਼ਾਂ ਜਦੋਂ ਵਾਪਰਦੀਆਂ ਨੇ, ਚਾਹੇ ਉਹ ਸੂਬੇ 'ਚ ਵਾਪਰਨ ਜਾਂ ਸੂਬੇ ਤੋਂ ਬਾਹਰ ਵਾਪਰਨ, ਸਾਡੇ ਵੱਲੋਂ ਕੈਂਡਲ ਮਾਰਚ ਕੀਤੇ ਜਾਂਦੇ ਨੇ, ਸਾਡੇ ਵੱਲੋਂ ਰੈਲੀਆਂ ਕੀਤੀਆਂ ਜਾਂਦੀਆਂ ਨੇ, ਪ੍ਰੋਟੈਸਟ ਕੀਤੇ ਜਾਂਦੇ ਨੇ ਬਹੁਤ ਵੱਡੇ ਲੈਵਲ ਤੇ, ਪਰ ਉਹਦਾ ਕੋਈ ਕਨਕਲੂਜਨ ਨਿਕਲ ਕੇ ਨਹੀਂ ਨਿਕਲਦਾ। ਹੁਣ ਐਨਾਲਿਸਿਸ ਕਿਵੇਂ ਕਰ ਸਕਦੇ ਹੋ ਉਸ ਚੀਜ਼ ਨੂੰ? ਉਹਦਾ ਇਸ ਕਰਕੇ ਨਹੀਂ ਨਿਕਲਦਾ ਕਿਉਂਕਿ ਅੱਜ ਤੱਕ ਜਿਹੜਾ 70 ਸਾਲ ਤੋਂ ਇਸ ਦੇਸ਼ ਦੇ ਵਿੱਚ ਸਟੇਟਾਂ ਦੇ ਵਿੱਚ ਜਿਹੜੀ ਮਨੂਵਾਦੀ ਸੋਚ ਜਿਹੜੀ ਆ ਉਹ ਰਾਜ ਕਰਦੀ ਆਈ ਆ। ਸਰਕਾਰ ਨੇ ਔਰਤਾਂ ਦੀ ਰੱਖਿਆ ਦੇ ਲਈ ਕੋਈ ਠੋਸ ਕਾਨੂੰਨ ਨਹੀਂ ਮਚਾਇਆ। ਅਸੀਂ ਫਾਂਸੀ ਦੀ ਮੰਗ ਕਰਦੇ ਕਿ ਇਸ ਲੜਕੇ ਨੂੰ ਫਾਂਸੀ ਦਿੱਤੀ ਜਾਵੇ, ਕਿਉਂਕਿ ਇੱਕ ਨੂੰ ਫਾਂਸੀ ਹੋ ਜੂਗੀ, ਕੇਸ ਨੂੰ ਫਾਸਟ ਟਰੈਕ ਤੇ ਲਗਾ ਕੇ ਜੇ ਫਾਂਸੀ ਦਿੱਤੀ ਜਾਂਦੀ ਆ ਤੇ ਉਹਦੇ ਬਾਪ ਨੂੰ ਵੀ ਫਾਂਸੀ ਦਿੱਤੀ ਜਾਵੇ ਜਿਹਦੇ ਨਾਂ ਦੇ ਰਿਵਾਲਵਰ ਆ।
ਜਦੋਂ ਇਦਾਂ ਦੇ ਸਖਤੀ ਦੇ ਕਾਨੂੰਨ ਲਾਗੂ ਹੋਣਗੇ ਤਾਂ ਦੂਜਿਆਂ ਨੂੰ ਫਿਰ ਆਪ ਹੀ ਅਕਲ ਆ ਚੁੱਕੀ ਦੇਖ ਕੇ। ਪਰ ਜਦੋਂ ਕੋਈ ਹੋਰ ਗੱਲਾਂ ਹੁੰਦੀਆਂ ਨੇ ਜਾਂ ਮੁੱਦੇ ਨਿਕਲ ਕੇ ਬਾਹਰ ਆਉਂਦੇ ਨੇ ਤੇ ਸਾਫ਼ ਤੌਰ ਤੇ ਸਰਕਾਰਾਂ ਵੱਲੋਂ ਵੀ ਇਹ ਗੱਲ ਕੀਤੀ ਜਾਂਦੀ ਹੈ ਕਿ ਸੰਵਿਧਾਨ ਤੇ ਟਾਰਗੇਟ ਕੀਤਾ ਜਾ ਰਿਹਾ ਹੈ, ਸੰਵਿਧਾਨ ਦੇ ਨਾਲ ਛੇੜਖਾਨੀ ਹੋ ਰਹੀ ਹੈ। ਪਰ ਲੱਗਦਾ ਨਹੀਂ ਕਿ ਹੁਣ ਸੰਵਿਧਾਨ ਨੂੰ ਜ਼ਿਆਦਾ ਛੇੜਿਆ ਜਾ ਰਿਹਾ ਹੈ ਕਿ ਜਦੋਂ ਜਿੱਥੇ ਸਾਨੂੰ ਬੋਲਣ ਦਾ ਅਧਿਕਾਰ ਵੀ ਨਹੀਂ ਹੈ, ਜਿੱਥੇ ਸਾਨੂੰ ਲੱਗਦਾ ਹੈ ਕਿ ਮੈਨੂੰ ਇਹ ਚੀਜ਼ ਨਹੀਂ ਸਹੀ ਲੱਗੀ ਤੇ ਮੈਂ ਨਹੀਂ ਉਹਨੂੰ ਕਹਿਣਾ, ਕਿਉਂ ਅਸੀਂ ਉਹਨੂੰ ਗੱਲ ਨੂੰ ਹਾਂ ਤੇ ਹਾਂ ਕਰਵਾਉਣਾ ਚਾਹੁੰਦੇ ਹਾਂ? ਦੇਖੋ ਜਿਹੜੀਆਂ ਸਰਕਾਰਾਂ ਆ ਨਾ ਉਹ ਇਦਾਂ ਦੀਆਂ ਘਟਨਾਵਾਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਵੀ ਹੱਥ ਹੁੰਦੇ ਆ, ਕਿਉਂਕਿ ਜਿਹੜਾ ਇਹ ਮੁੰਡਾ ਸੀਗਾ ਇਹ ਕਿਤੇ ਨਾ ਕਿਤੇ ਦੇਖੋ ਕਾਂਗਰਸੀ ਸਰਪੰਚ ਦਾ ਮੁੰਡਾ ਹੈਗਾ ਆ। ਸਰਕਾਰ ਨਾਲ, ਪੰਜਾਬ ਸਰਕਾਰ ਨਾਲ ਵੀ, ਕਾਂਗਰਸ ਸਰਕਾਰ ਨਾਲ ਵੀ ਉਹਦੇ ਲਿੰਕ ਜੁੜਦੇ ਹੈਗੇ ਆ, ਕਿਉਂਕਿ ਸਰਕਾਰਾਂ ਚਾਹੁੰਦੀਆਂ ਕਿ ਇਦਾਂ ਦੀਆਂ ਘਟਨਾਵਾਂ ਨੂੰ ਅੱਗੇ ਲਿਆ ਕੇ ਕਿਤੇ ਨਾ ਕਿਤੇ ਸੰਵਿਧਾਨ ਦੇ ਉੱਤੇ ਉਂਗਲ ਚੁੱਕੀ ਜਾਵੇ, ਕਿਉਂਕਿ ਸਾਡੇ ਦੇਸ਼ ਦੇ ਲੋਕਾਂ ਨੇ ਬਹੁਤ ਹੱਦ ਤੱਕ ਸੰਵਿਧਾਨ ਨਹੀਂ ਪੜ੍ਹਿਆ ਔਰ ਬਹੁਤ ਹੱਦ ਤੱਕ ਸਾਡੇ ਦੇਸ਼ ਦੇ ਵਿੱਚ ਅਨਪੜ੍ਹਤਾ ਹੈਗੀ ਆ। ਸਿਰਫ ਇੱਕ ਟਾਰਗੇਟ ਕਰ ਦਿੱਤਾ ਜਾਂਦਾ ਕਿ ਇਹ ਘਟਨਾਵਾਂ ਤਾਂ ਵਾਪਰਦੀਆਂ ਕਿਉਂਕਿ ਸਾਡੇ ਦੇਸ਼ ਦਾ ਸੰਵਿਧਾਨ ਸਹੀ ਨਹੀਂ ਹੈਗਾ, ਜਦ ਕਿ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਦੇ ਵਿੱਚ ਹਿੰਦੂ ਕੋਡ ਬਿੱਲ 1951 'ਚ ਪੇਸ਼ ਕਰਕੇ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੇ ਲਈ, ਔਰਤਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਦੇਣ ਦੇ ਲਈ, ਜ਼ਮੀਨ ਦੇ ਵਿੱਚ ਬਰਾਬਰ ਦਾ ਅਧਿਕਾਰ ਦੇਣ ਦੇ ਲਈ ਜਿਹੜੇ ਆਪਣੇ 4 ਪੁੱਤ ਤੱਕ ਵਾਰ ਦਿੱਤੇ ਹੈਗੇ ਆ। ਤੇ ਆ ਜਿਹੜੇ ਪਿੰਡ ਦੇ ਧਨਾੜ ਲੋਕ ਹੈਗੇ ਆ ਇਹ ਆਪਣੇ ਇੱਕ ਗੰਦੇ ਆਂਡੇ ਨੂੰ, ਗੰਦੇ ਪੁੱਤ ਨੂੰ ਬਚਾਉਣ ਦੇ ਲਈ ਉਸ ਕੁੜੀਆਂ ਨੂੰ ਜਿਹੜਾ ਇੰਨਾ ਮਾੜਾ ਬੋਲ ਰਿਹਾ। ਮੈਂ ਸਮਝਦਾ ਕਿ ਇਹ ਜਿਹੜੀ ਸਾਡੇ ਲੋਕਾਂ ਦੀ ਸੋਚ ਆ, ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਅੰਦਰ ਝਾਕਣਾ ਪੈਣਾ, ਔਰਤਾਂ ਦੇ ਪ੍ਰਤੀ ਆਪਣੀ ਜਿਹੜੀ ਸੋਚ ਠੀਕ ਕਰਨੀ ਪੈਣੀ ਆ। ਕਿਸੇ ਦਾ ਬਿਆਨ ਆ ਰਿਹਾ ਜੀ ਔਰਤਾਂ ਨੂੰ ਜੀਨ ਨਹੀਂ ਪਾਉਣੀ ਚਾਹੀਦੀ, ਕੁੜੀਆਂ ਨੂੰ ਛੋਟੇ ਕੱਪੜੇ ਨਹੀਂ ਪਾਉਣੇ ਚਾਹੀਦੇ ਹੈਗੇ, ਜਦ ਕਿ ਜਦੋਂ ਅਸੀਂ ਉਸੇ ਚੀਜ਼ ਦੇ ਵਿੱਚ ਆਪਣੀ ਬੱਚੀ ਨੂੰ ਦੇਖਦੇ ਆ ਉਦੋਂ ਸਾਨੂੰ ਸਭ ਕੁਝ ਠੀਕ ਲੱਗਦਾ ਹੈਗਾ ਆ। ਇਸ ਕਰਕੇ ਸਾਨੂੰ ਆਪਣੀ ਜਿਹੜੀ ਸੋਚ ਆ ਉਹ ਠੀਕ ਕਰਨੀ ਪੈਣੀ ਆ। ਉਹੀ ਲੋਕ ਆ, ਅਸੀਂ ਜਦੋਂ ਬਾਹਰਲੀਆਂ ਕੰਟਰੀਆਂ ਵਿੱਚ ਜਾਂਦੇ ਆ ਸਾਨੂੰ ਸਾਰਾ ਕੁਝ ਠੀਕ ਲੱਗਣ ਲੱਗ ਜਾਂਦਾ ਹੈਗਾ ਆ, ਉੱਥੇ ਸਿਸਟਮ ਵੀ ਠੀਕ ਹੈਗਾ ਆ ਸਰ। ਇਸ ਕਰਕੇ ਸਾਨੂੰ ਆਪਣੀ ਜਿਹੜੀ ਆ ਸੋਚ ਬਦਲਣੀ ਪੈਣੀ ਆ ਔਰਤਾਂ ਦੇ ਪ੍ਰਤੀ, ਜਾਤ ਪਾਤ ਕੱਢ ਕੇ ਗਰੀਬ ਦੇ ਬੱਚੇ ਨੂੰ ਵੀ ਜਿਹੜਾ ਆ ਉਹ ਬਰਾਬਰ ਦੇਖਣਾ ਪੈਣਾ ਹੈਗਾ। ਤੁਸੀਂ ਸੋਸ਼ਲ ਮੀਡੀਆ ਤੇ ਇੱਕ ਚੀਜ਼ ਪਾ ਰਹੇ ਹੋ ਕਿ ਕੱਲ 26 ਮਾਰਚ ਨੂੰ ਭਾਰਤ ਬੰਦ ਹੈ ਪਰ ਅਸੀਂ ਉਹਦਾ ਸਮਰਥਨ ਨਹੀਂ ਕਰ ਰਹੇ, ਦਾ ਕਾਰਨ ਕੀ? ਉਹਦੇ ਵਿੱਚ ਇੱਕ ਸਾਡੇ ਲਈ ਰੋਸ਼ ਬਹੁਤ ਆ, ਕਿਉਂਕਿ ਦੇਖੋ ਬਹੁਤ ਜਿਹੜੇ ਵੱਡੇ ਕਿਸਾਨ ਆਗੂ ਆ ਨਾ ਉਹ ਇੱਕ ਜਾਤੀ ਨਾਲ ਸੰਬੰਧ ਰੱਖਦੇ ਆ, ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਜਾਤ ਪਾਤ ਦਾ ਜਿਹੜਾ ਕੀੜਾ ਹੈ ਨਾ ਉਹ ਬੜਿਆ ਹੋਇਆ ਆ। ਤੇ ਮੈਂ ਸਮਝਦਾ ਕਿ ਉਹਨਾਂ ਨੇ ਇਸ ਕੁੜੀਆਂ ਦੇ ਹੱਕ ਦੇ ਵਿੱਚ ਇੱਕ ਵੀ ਬਿਆਨ ਦੇਣਾ ਠੀਕ ਨਹੀਂ ਸਮਝਿਆ, ਜਦ ਕਿ ਇਹ ਜਿਹੜੇ ਮਜ਼ਦੂਰ ਲੋਕ ਆ ਇਹ ਮਜ਼ਦੂਰਾਂ ਦੀਆਂ ਬੱਚੀਆਂ ਕਰਕੇ, ਔਰ ਮਜ਼ਦੂਰ ਲੋਕ ਪਹਿਲੇ ਦਿਨ ਤੋਂ ਹੀ ਉਹਨਾਂ ਨਾਲ ਮੋਢਾ ਮਿਲਾ ਕੇ ਚੱਲ ਰਹੇ ਆ ਤੇ ਉਹ ਇੱਕ ਜਾਤੀਵਾਦੀ ਸੋਚ ਰੱਖ ਕੇ ਇਸ ਕੁੜੀਆਂ ਦੇ ਹੱਕ ਦੇ ਵਿੱਚ ਬਿਆਨ ਦੇਣ ਦੀ ਨਾ ਬਜਾਏ, ਔਰ ਮੈਂ ਕਹਿੰਦਾ ਕਿ ਇਸ ਕਰਕੇ ਅਸੀਂ ਇਹਨਾਂ ਦਾ ਸਾਥ ਕਿਉਂ ਦਈਏ, ਜਦ ਅਸੀਂ ਇਹਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਇਹਨਾਂ ਦੇ ਨਾਲ ਖੜ ਸਕਦੇ ਆ। ਇਹ ਸਾਡੀਆਂ ਧੀਆਂ ਭੈਣਾਂ ਬੱਚੀਆਂ ਦੀ ਇੱਜ਼ਤ ਦੂਜੀ ਵਾਰੀ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਨੌਦੀਪ ਦੀ ਹਿਰਾਸਤ ਦੇ ਵਿੱਚ ਨੌਦੀਪ ਨੂੰ ਲਿਆ ਗਿਆ ਸੀਗਾ, ਉਦੋਂ ਵੀ ਇਹ ਚੀਜ਼ ਨਿਕਲ ਕੇ ਆ ਰਹੀ ਸੀ ਕਿ ਉਹ ਦਲਿਤਾਂ ਦੀ ਕੁੜੀ ਹੈ ਤੇ ਕਿਸਾਨ ਆਗੂਆਂ ਦਾ ਇੱਕ ਵੀ ਬਿਆਨ ਨਹੀਂ ਆਇਆ ਕਿ ਕਿਸਾਨਾਂ ਦੇ ਜਿਹੜਾ ਧਰਨਾ ਚੱਲ ਰਿਹਾ, ਜਿਹੜਾ ਪ੍ਰੋਟੈਸਟ ਚੱਲ ਰਿਹਾ, ਉਹਨੂੰ ਵੀ ਅਸੀਂ ਪਾਰਟਿਕੂਲਰ ਇੱਕ ਜਾਤੀ ਧਰਮ ਦੇ ਨਾਲ ਜੋੜ ਪਾ ਰਹੇ ਆ ਜਾਂ ਕੁਝ ਹੋਰ ਕਾਰਨ ਲੱਗਦਾ? ਹਾਂ ਬਿਲਕੁਲ ਇਹ ਜਾਤੀ ਧਰਮ ਨਾਲ ਦੇ ਕੇ ਜਾੜਦੇ, ਕਿਉਂਕਿ ਸਾਡੇ ਜਿਹੜੇ ਨਾ ਜਿਹੜੇ ਦਲਿਤ ਸਮਾਜ ਦੇ ਵਿੱਚੋਂ ਜਿਹੜੇ ਆਗੂ ਉੱਥੇ ਜਾ ਕੇ ਸ਼ਹੀਦ ਹੋਏ ਆ ਉਹਨਾਂ ਦੀ ਵੀ ਇਹਨਾਂ ਨੇ ਕਿਸੇ ਦੀ ਸਾਰ ਨਹੀਂ ਲਈ ਹੈਗੀ। ਕੋਈ ਤਾਂ ਕਹਿ ਦਿੱਤਾ ਗਿਆ ਜੀ ਉਹ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਆ, ਕੋਈ ਕਿਸੇ ਨਾਲ, ਬਾਕੀ ਪਾਰਟੀਆਂ ਨਾਲ ਸਾਰੇ ਸੰਬੰਧ ਰੱਖਦੇ ਆ। ਇੱਥੇ ਖੇਮਕਰਨ ਸੁਖਬੀਰ ਬਾਦਲ ਦੀ ਰੈਲੀ ਹੋਈ ਆ ਅਕਾਲੀ ਦਲ ਦੇ ਵਿੱਚ, ਉੱਥੇ ਸਾਰੇ ਕਿਸਾਨ ਜਿਹੜੇ ਆ ਉਹ ਤੁਸੀਂ ਦੇਖੋ ਕਿ ਜਾ ਕੇ ਪਹੁੰਚੇ ਹੈਗੇ ਆ। ਇਸ ਕਰਕੇ ਜਿਹੜੀ ਇਹਨਾਂ ਦੀ ਜਾਤੀਵਾਦੀ ਸੋਚ ਹੈਗੀ ਆ, ਔਰ SGPC ਮੈਂ ਕਹਿੰਦਾ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਲਾਇਆ ਗਿਆ ਹੈਗਾ ਆ। ਉਹ ਤੁਸੀਂ ਦੇਖੋ ਕਿ ਜਿਹੜੇ ਦਲਿਤ ਮਰੇ ਹੈਗੇ ਆ ਜਾਂ ਇਹ ਬੱਚੀਆਂ ਮਰੀਆਂ ਉਹਨਾਂ ਦੇ ਘਰ ਵਿੱਚ ਕਿੰਨੀ ਗਈ ਹੈਗੀ ਆ, ਠੀਕ ਹੈ ਨਾ। ਸਾਨੂੰ ਕਹਿੰਦੇ ਆ ਕਿ ਤੁਸੀਂ ਬਾਣੀ ਆਪਣੀ ਦੇਖੋ, ਪੁਰਾਣੇ ਟਾਈਮ ਦੇ ਵਿੱਚ ਵੀ ਸਾਡੇ ਸੰਤਾਂ ਦੇ ਉੱਤੇ ਬਾਣੀ ਦਾ ਪ੍ਰਚਾਰ ਕਰਨ ਤੇ ਇਹਨਾਂ ਨੇ ਗੋਲੀਆਂ ਚਲਾਈਆਂ, ਔਰ ਪਿਛਲੇ ਲੋਕਡਾਊਨ ਤੋਂ ਬਾਅਦ ਅੱਜ ਤੋਂ ਪਹਿਲਾਂ 1 ਸਾਲ ਪਹਿਲਾਂ ਇਹਨਾਂ ਨੇ ਮਜ਼ਦੂਰਾਂ ਦਾ ਪਿੰਡਾਂ ਦੇ ਵਿੱਚ ਬਾਈਕਾਟ ਕੀਤਾ ਗਿਆ ਕਿ ਉਹ 250 ਰੁਪਏ ਦਿਹਾੜੀ ਦੇਵਾਂਗੇ, ਅਸੀਂ ਤੁਹਾਨੂੰ ਜੀ ਲੰਗਰ ਖਿਲਾਇਆ, ਅਸੀਂ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਸਾਹਮਣੇ ਆਉਂਦੀਆਂ ਹੈਗੀਆਂ ਆ। ਪਰ ਸਰਕਾਰਾਂ ਬਾਰ-ਬਾਰ ਇਹ ਗੱਲ ਆਖਦੀਆਂ ਨੇ ਵੀ ਭਾਈ ਜਾਤਵਾਦ ਨਹੀਂ ਰਿਹਾ, ਜਾਤੀਵਾਦੀ ਨਹੀਂ ਰਿਹਾ, ਅਸੀਂ ਇਨਸਾਨੀਅਤ ਤੌਰ ਤੇ ਹਰ ਇੱਕ ਦੀ ਮਦਦ ਕਰਦੇ ਹਾਂ, ਇਨਸਾਨੀਅਤ ਤੌਰ ਤੇ ਸਭ ਦੇ ਨਾਲ ਆਨੇ ਕਿ ਜਦੋਂ ਵੋਟਾਂ ਦਾ ਟਾਈਮ ਹੁੰਦਾ, ਕਿਉਂਕਿ 22 ਦੇ ਵਿੱਚ ਇਲੈਕਸ਼ਨ ਨੇ, ਕਿ ਉਦੋਂ ਹੀ ਜਾਤਾਂ ਪਾਤਾਂ ਨਜ਼ਰ ਆਉਂਦੀਆਂ ਨੇ ਜਾਂ ਵਾਕਈ ਇਨਸਾਨਾਂ ਦੇ ਵਿੱਚ ਇਹ ਕੁੜੀ ਜਿਹੜੀ ਸੋਚ ਆ ਹਜੇ ਤੱਕ ਵੀ ਉਜਾਗਰ ਆ? ਦੇਖੋ ਆਪਾਂ ਨੂੰ ਵੀ ਹਰ ਗੱਲ ਸਰਕਾਰਾਂ ਤੇ ਨਹੀਂ ਸਿੱਟ ਦੇਣੀ ਚਾਹੀਦੀ, ਕਿਉਂਕਿ ਸਰਕਾਰਾਂ ਵੀ ਜਿਹੜੀਆਂ ਲੋਕਾਂ ਦੀਆਂ ਬਣਾਈਆਂ ਹੁੰਦੀਆਂ, ਔਰ ਲੋਕਤੰਤਰ ਆ ਦੇਸ਼ ਦੇ ਵਿੱਚ, ਔਰ ਅਸੀਂ ਲੋਕ ਜਦੋਂ ਹੈ ਨਾ ਅਸੀਂ ਆਪਣੇ ਅੰਦਰੋਂ ਜਾਤ ਪਾਤ ਨਹੀਂ ਕੱਢੀ ਹੈਗੀ, ਅਸੀਂ ਆਪ ਆਪਣਾ ਸਰਪੰਚ, ਆਪਣੇ ਕੌਂਸਲਰ, ਅਸੀਂ MLA ਜਾਤ ਦੇਖ ਕੇ ਚੁਣਦੇ ਆ, ਜਾਤ ਦੇਖ ਕੇ ਵੋਟ ਪਾਉਂਦੇ ਆ, ਤਦ ਹੀ ਅਸੀਂ ਧੋਖਾ ਖਾ ਲੈਂਦੇ ਆ। ਉਹ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਨੇ, ਜਿੱਦਾਂ ਹੁਣ ਪੰਜਾਬ ਦੇ ਵਿੱਚ ਆ ਕੈਪਟਨ ਨੇ ਆਪਣਾ ਸਲਾਹਕਾਰ ਬਿਹਾਰ ਤੋਂ ਲਾ ਲਿਆ ਕਿ ਪ੍ਰਸ਼ਾਂਤ ਕਿਸ਼ੋਰ, ਉਹਨਾਂ ਨੇ ਤਾਂ ਇੱਕ ਆਪਣਾ ਦਿਮਾਗ ਚਲਾਉਣਾ ਹੈਗਾ, ਸਾਡੇ ਮਾਈਂਡ ਸੈੱਟ ਕਰਨੇ ਹੈਗੇ ਆ ਕਿ ਕਿੱਦਾਂ ਅਸੀਂ ਸਾਡੀ ਉਹ ਵੋਟ ਲੈ ਸਕਦੇ ਆ। ਉਹਨਾਂ ਨੇ ਹਰ ਇੱਕ ਤਰੀਕਾ ਬਣਾਉਣਾ ਹੈਗਾ, ਸਾਡੇ ਨਾਲ ਝੂਠੇ ਵਾਅਦੇ ਵੀ ਕਰਨੇ ਹੈਗੇ ਆ, ਸਾਨੂੰ ਜਾਤਾਂ ਪਾਤਾਂ ਵਿੱਚ ਵੀ ਵੰਡਣਾ ਹੈਗਾ। ਇਹ ਤਾਂ ਅਸੀਂ ਸੋਚਣਾ ਕਿ ਅਸੀਂ ਆਪਣੇ ਅੰਦਰੋਂ ਜਾਤ ਪਾਤ ਕੱਢ ਕੇ ਪਹਿਲਾਂ ਆਪਾਂ ਅੰਦਰ ਨੂੰ ਸਾਫ਼ ਕਰੀਏ, ਕਿਉਂਕਿ ਜਿੱਦਾਂ ਦੇ ਲੋਕ ਹੁੰਦੇ ਆ ਉੱਦਾਂ ਦੀਆਂ ਹੀ ਸਰਕਾਰਾਂ ਹੁੰਦੀਆਂ ਆ। ਜੇ ਲੋਕ ਜਾਤੀਵਾਦੀ ਹੋਣਗੇ ਤਾਂ ਸਰਕਾਰਾਂ ਵੀ ਜਾਤੀਵਾਦੀ ਹੋਣਗੀਆਂ। ਇਸ ਕਰਕੇ ਇਹ ਸਾਨੂੰ ਜਾਤਾਂ ਪਾਤਾਂ ਵਿੱਚੋਂ
ਨਿਕਲ ਜਦੋਂ ਵੀ ਇਦਾਂ ਦੇ ਪ੍ਰੋਟੈਸਟ ਹੁੰਦੇ ਨੇ ਉਹਦੇ ਵਿੱਚ ਅਕਸਰ ਅਸੀਂ ਇਹ ਗੱਲ ਕਹਿੰਦੇ ਸਰਕਾਰਾਂ ਤੇ ਮੜਦੇ ਹੁੰਨੇ ਜਾਂ ਅਸੀਂ ਲੋਕਾਂ ਤੇ ਕਿ ਕਦੇ ਕਿਉਂ ਨਹੀਂ ਆਪਾਂ ਕਰਦੇ ਕਿ ਅਸੀਂ ਮੁੰਡਿਆਂ ਨੂੰ ਹੀ ਸਮਝਾਉਣਾ ਸ਼ੁਰੂ ਕਰੀਏ, ਮੁੰਡਿਆਂ ਨੂੰ ਹੀ ਗਾਈਡ ਕਰਨਾ ਸ਼ੁਰੂ ਕਰੀਏ ਕਿ ਜਦੋਂ ਮੁੰਡਿਆਂ ਨੂੰ ਗਾਈਡ ਕਰਨਾ ਸ਼ੁਰੂ ਕਰਾਂਗੇ ਕੁੜੀਆਂ ਤਾਂ ਸੁਰੱਖਿਅਤ ਨੇ। ਬਿਲਕੁਲ ਬਿਲਕੁਲ ਜੀ। ਦੇਖੋ ਆਪਾਂ ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਲਾਉਂਦੇ ਆ, ਠੀਕ ਆ, ਆਪਾਂ ਮੁੰਡਿਆਂ ਨੂੰ ਸਮਝਾਓ ਦਾ ਨਾਰਾ ਕਿਉਂ ਨਹੀਂ ਲਾਉਂਦੇ? ਇਦਾਂ ਦੇ ਲੋਕ ਜਿਹੜੇ ਆ ਇਦਾਂ ਦੀਆਂ ਘਟਨਾਵਾਂ ਹੋ ਗਈਆਂ, ਇਸੇ ਕਰਕੇ ਹੋ ਗਈਆਂ ਕਿ ਅਸੀਂ ਉਹਨਾਂ ਨੂੰ ਪੂਰੀ ਸ਼ਹਿ ਦਿੱਤੀ ਹੈਗੀ ਆ। ਬੱਚਾ ਰਿਵਾਲਵਰ ਅੱਜ ਉਸ ਪਿੰਡ ਦੇ ਲੋਕ ਕਹਿ ਰਹੇ ਸਾਡਾ ਮੁੰਡਾ ਤਾਂ ਗਊ ਸੀ ਜੀ, ਕਦੀ ਕੁੱਤੇ ਦੇ ਵੱਟਾ ਨਹੀਂ ਮਾਰਿਆ। ਤੁਸੀਂ ਇੱਥੇ ਗਊ ਬੱਚੇ ਨੂੰ ਤੁਸੀਂ ਡੰਡਾ ਫੜਾ ਦਿਓ ਉਹਦੀ ਹਿੰਮਤ ਨਹੀਂ ਪਾਣੀ ਮਾਰਨ ਦੀ। ਜਿਹਨੇ ਗੋਲੀਆਂ ਚਲਾਤੀਆਂ ਉਹ ਕਿੰਨਾ ਕੁ ਗਊ ਹੋਊਗਾ? ਅਸੀਂ ਜਿਹੜੇ ਅਮੀਰ ਲੋਕ ਆ ਅਸੀਂ ਆਪਣੇ ਬੱਚਿਆਂ ਨੂੰ ਸ਼ਹਿ ਦਿੰਦੇ ਆ। ਅਸੀਂ ਘਰੋਂ ਕਹਿ ਦਿੰਦੇ ਸਾਡਾ ਬੱਚਾ ਤਾਂ ਜੀ ਬਹੁਤ ਚੰਗਾ, ਸਾਡਾ ਬੱਚਾ ਪੜ੍ਹਨ ਗਿਆ ਆ। ਤੁਹਾਡਾ ਬੱਚਾ ਰਾਤ ਨੂੰ ਪੱਬਾਂ ਦੇ ਵਿੱਚ ਕੀ ਕਰਦਾ ਪਿਆ ਆ, ਕਿੱਦਾਂ ਦੀ ਉਹਦੀ ਸੋਚ ਆ, ਉਹਦੀ ਫੇਸਬੁੱਕ ਚੈੱਕ ਕਰਕੇ ਦੇਖ ਲਓ ਕੀ ਕਰਦੇ ਆ। ਇਸ ਕਰਕੇ ਸਿਰਫ ਇਹ ਗੱਲ ਆ ਕਿ ਸਾਡਾ ਬੱਚਾ ਜੋ ਮਰਜ਼ੀ ਕਰ ਲਓ, ਠੀਕ ਆ ਨਾ। ਸਾਡਾ ਜਿਹੜਾ ਕੁੱਤਾ ਟੋਮੀ, ਦੂਜੇ ਦਾ ਕੁੱਤਾ ਕੁੱਤਾ। ਇਸ ਕਰਕੇ ਸਾਨੂੰ ਆਪਣੀ ਸੋਚ ਬਦਲਣ ਦੀ ਜਿਹੜੀ ਲੋੜ ਹੈਗੀ ਆ। ਜਾਤ ਪਾਤ ਸਾਡੀ ਸੋਚ ਦੇ ਵਿੱਚ ਆ, ਚਾਹੇ ਕੋਈ ਵੀ ਇਨਸਾਨ ਆ, ਸਾਨੂੰ ਆਪਣੀ ਸੋਚ ਜੋ ਕੱਢਣ ਦੀ ਲੋੜ ਆ। ਇਸ ਦੇਸ਼ ਦੇ ਵਿੱਚ ਸਾਹਿਬ ਕਾਂਚੀ ਰਾਮ ਜੀ ਜਿਨ੍ਹਾਂ ਨੇ ਆਪਣਾ ਘਰ ਪਰਿਵਾਰ ਛੱਡ ਕੇ ਇੱਕ ਦੇਸ਼ ਦੇ ਵਿੱਚ ਨਾਰਾ ਲਾਇਆ ਸੀਗਾ ਕਿ ਮੈਂ ਦਿੱਲੀ ਦੇ ਤਖਤ ਦੇ ਉੱਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋਚ ਲਾਗੂ ਕਰਨੀ ਚਾਹੁੰਦਾ, ਮੈਂ ਦੇਸ਼ ਦੇ ਵਿੱਚੋਂ ਜਾਤ ਪਾਤ ਖਤਮ ਕਰਨਾ ਚਾਹੁੰਦਾ, ਮੈਂ ਔਰਤਾਂ ਦੇ ਹੱਕ ਦੀ ਜਿਹੜੀ ਆ ਉਹ ਆਵਾਜ਼ ਬੁਲੰਦ ਕਰਨੀ ਚਾਹੁੰਦਾ, ਠੀਕ ਹੈ ਨਾ। ਮੈਂ ਮਨੋ ਸਮ੍ਰਿਤੀ ਦੀ ਜਿਹੜੀ ਸੋਚ ਸੀਗੀ ਢੋਲ ਸ਼ੂਦਰ ਪਸ਼ੂ ਤੇ ਨਾਰੀ ਸਭ ਤਾੜਨਗੇ ਅਧਿਕਾਰੀ, ਮੈਂ ਉਹਨੂੰ ਖਤਮ ਕਰਕੇ ਔਰਤ ਨੂੰ ਵੀ ਔਰ ਸ਼ੂਦਰ ਨੂੰ ਵੀ ਮੈਂ ਦਿੱਲੀ ਦੇ ਤਖਤ ਦੇ ਜਿਹੜਾ ਬਿਠਾਉਣਾ ਚਾਹੁੰਦਾ। ਇਹੀ ਲੋਕ ਜਿਹੜੇ ਅਸੀਂ ਪੰਜਾਬ ਦੇ ਵਿੱਚ ਵੱਡੇ ਵੱਡੇ ਦਾਅਵੇ ਕਰਦੇ ਹਾਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਅਸੀਂ ਮੰਨਦੇ ਹਾਂ, ਅਸੀਂ ਲੋਕਾਂ ਨੇ ਉਹਦਾ ਸਾਥ ਨਹੀਂ ਦਿੱਤਾ। ਜੋ ਯੂਪੀ ਦੇ ਭਈਏ ਜਿਨ੍ਹਾਂ ਨੂੰ ਅਸੀਂ ਚੌਲ ਖਾਣੇ ਕਹਿੰਦੇ ਆ, ਉੱਥੇ ਜਾ ਕੇ ਉਹਨਾਂ ਦੀਆਂ ਸਰਕਾਰਾਂ ਬਣੀ ਜਾਂਦੀਆਂ। ਔਰ ਅਸੀਂ ਜਿਹੜਾ ਆ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਨੂੰ ਅੰਗਾਂ ਨੂੰ ਗਲੀਆਂ ਨਾਲੀਆਂ ਵਿੱਚ ਰੋੜ ਦਿੱਤਾ, ਚਿੱਟੇ ਵਿੱਚ ਅਸੀਂ ਗਰੀਬ ਮਾਮਾ ਪੁੱਤ ਰੋੜ ਦਿੱਤੇ। ਅਸੀਂ ਆਪਣੇ ਵੱਲ ਝਾਕ ਕੇ ਦੇਖਿਆ, ਅਸੀਂ ਤਾਂ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਹੀ ਨਹੀਂ। ਅਸੀਂ ਕਈ ਵਾਰ ਰੌਲੀ ਪਾਉਂਦੇ ਇੱਥੇ ਖਾਲਿਸਤਾਨ ਬਣਾਉਣ ਦੀ। ਤੁਸੀਂ ਪਹਿਲਾਂ ਮੈਨੂੰ ਦੱਸੋ ਵੀ ਜਿਹੜੀ ਆ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਹੈਗੀ ਆ, ਇੰਨੇ ਸਾਲ ਇਹਨੇ 25 ਸਾਲ ਰਾਜ ਕੀਤਾ, ਇੱਕ ਵੀ ਪਿੰਡ ਦੱਸ ਦਿਓ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਵਾਲਾ ਬਣਾਇਆ ਹੋਵੇ। ਇਨੀ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਜੋ ਯਾਦ ਕਰੀ ਮੇਰੇ ਗੁਰੇ। ਗਰੀਬਾਂ ਨੂੰ ਤਾਂ ਇਹਨਾਂ ਨੇ ਸਿਰੀ ਲਾਇਆ ਹੋਇਆ ਆ। ਇਹ ਅੱਜ ਕਿਸਾਨ ਕਹਿੰਦੇ ਆ ਜੀ, ਕਿਸਾਨਾਂ ਦੇ ਵਿੱਚ ਵੀ ਬਹੁਤ ਵੱਡਾ ਜਾਤ ਪਾਤ ਆ। ਮੈਂ ਤੁਹਾਨੂੰ ਹੁਣ ਇੱਕ ਗੱਲ ਕਲੀਅਰ ਕਰ ਦੇਵਾਂ, ਇਹ ਕਹਿੰਦੇ ਜੀ ਕਿਸਾਨ ਜਿਹੜਾ ਉਹ ਅੰਨਦਾਤਾ ਆ। ਜਿਹੜਾ ਅੰਨਦਾਤਾ ਆ ਕਿਸਾਨ ਇਹਨਾਂ ਨੇ ਬਣਾਤਾ ਜ਼ਿਮੀਂਦਾਰ ਨੂੰ, ਜਿਹੜਾ ਜ਼ਮੀਨ ਦਾ ਮਾਲਕ ਆ। ਜਿਹੜਾ ਅੰਨਦਾਤਾ ਆ ਜਿਹੜਾ ਜ਼ਮੀਨ ਦੇ ਵਿੱਚੋਂ ਇਹ ਅੰਨ ਉਗਾਉਂਦਾ ਆ, ਬੀਜਦਾ ਆ, ਉਹਨੂੰ ਤਾਂ ਇਹਨਾਂ ਨੇ ਸੀਰੀ ਰੱਖ ਦਿੱਤਾ। ਉਹਦੇ ਬੱਚਿਆਂ ਨੂੰ ਇਹ ਪੜ੍ਹਨ ਤੋਂ ਵੀ ਰੋਕਦੇ ਆ। ਔਰ ਕਿਸਾਨ ਆਪਣਾ ਕਰਜ਼ਾ ਕਹਿੰਦਾ ਸਰਕਾਰ ਮਾਫ ਕਰ ਦੇਵੇ। ਜਿਹੜਾ ਸੀਰੀ ਮਜ਼ਦੂਰਾਂ ਨੇ ਉਹਦੇ ਕੋਲੋਂ ਕਰਜ਼ਾ ਲਿਆ ਹੋਇਆ ਆ, ਉਹਦੇ ਲਈ ਉਹਨਾਂ ਦੇ ਉੱਤੇ ਅਤਿਆਚਾਰ ਹੁੰਦਾ। ਔਰ ਕਿਸਾਨਾਂ ਦੇ ਨਿਆਣਿਆਂ ਨੇ ਅੱਜ ਜੇ ਸ਼ਹਿਰਾਂ 'ਚ ਆ ਗਏ ਉੱਤੇ ਫਾਈਨਾਂਸਰਾਂ ਦੇ ਦਫ਼ਤਰ ਖੋਲ੍ਹੇ ਹੋਏ ਆ, ਉਹ 22% ਵਿਆਜ ਲੈ ਰਹੇ ਆ ਔਰ ਕਹਿਣ ਨੂੰ ਆਪਣੇ ਆਪ ਨੂੰ ਕਿਸਾਨ ਹੀ ਆ। ਸਾਨੂੰ ਆਪਣੀ ਸੋਚ ਬਦਲਣੀ ਪੈਣੀ ਆ। ਜਦੋਂ ਅਸੀਂ ਜ਼ੁਲਮ ਕਰਦੇ ਆ ਉਦੋਂ ਅਸੀਂ ਜੱਟ ਬਣ ਜਾਂਦੇ ਆ, ਜੱਟਵਾਦ ਸਾਡੇ ਵਿੱਚ ਭਰ ਜਾਂਦਾ। ਉਦੋਂ ਅਸੀਂ ਗਾਣੇ ਗਾਉਂਦੇ ਆ ਜੀ ਜੱਟਾ ਸ਼ਰੇਆਮ ਮੈਂ ਤਾਂ ਧੱਕਾ ਕਰਦਾ, ਇਹ ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਉੱਥੇ ਜੱਟ ਫੈਰ ਕਰਦਾ। ਉਦੋਂ ਤੁਸੀਂ ਕਿਉਂ ਨਹੀਂ ਵਿਰੋਧ ਕਰਦੇ? ਕਿਉਂ ਮਾਨਵਤਾਵਾਦੀ ਸੋਚ ਉਦੋਂ ਸਾਡੀ ਖਤਮ ਹੋ ਜਾਂਦੀ ਆ? ਜੇ ਅਸੀਂ ਇੱਦਾਂ ਦੇ ਗਾਣਿਆਂ ਨੂੰ ਪ੍ਰਮੋਟ ਕਰਦੇ ਆ, ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ। ਔਰ ਜਿਹੜੇ ਆਹ ਬੱਬੂ ਮਾਨ, ਰਣਜੀਤ ਬਾਵੇ, ਦਲਜੀਤ ਵਰਗੇ ਜਿਹੜੇ ਵੱਡੇ ਵੱਡੇ ਸਿੰਗਰ ਹੈਗੇ ਆ, ਉਹ ਉੱਥੇ ਜਾ ਕੇ ਇਹ ਮਾਨਵਤਾ ਦੀਆਂ ਗੱਲਾਂ ਕਰਦੇ, ਇਨਸਾਨੀਅਤ ਦੀਆਂ ਗੱਲਾਂ ਕਰਦੇ ਆ। ਆ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਨ ਮਨਾ ਕੇ ਹਟੇ ਆ ਅਸੀਂ। ਮਾਨਵਤਾਵਾਦੀ ਰਹਿਬਰ ਹੋਏ ਆ ਜਿਨ੍ਹਾਂ ਨੇ ਮਾਨਵਤਾਵਾਦੀ ਅੰਦੋਲਨ ਦੀ ਅਗਵਾਈ ਕੀਤੀ ਆ। ਉਹਦੀ ਮਹਿਮਾ ਗਾਉਣ ਤੱਕ ਨਹੀਂ ਇਹ ਆਉਂਦੇ। ਕਿਉਂ ਨਹੀਂ ਆਉਂਦੇ? ਜਦੋਂ ਇਹਨਾਂ ਕੋਲ ਚੱਲ ਜਾਓ ਇਹ ਕਹਿੰਦੇ ਸਾਡੇ ਕੋਲ ਮੈਟਰ ਹੀ ਹੈ ਨਹੀਂ। ਜਿਹੜੇ ਮਾਨਵਤਾਵਾਦੀ ਰਹਿਬਰ ਆ ਉਹਨਾਂ ਦੇ ਤੁਹਾਡੇ ਕੋਲ ਮੈਟਰ ਹੀ ਹੈ ਨਹੀਂ ਗੇ। ਤੁਸੀਂ ਗੱਲਾਂ ਇਨਸਾਨੀਅਤ ਦਾ ਕਰਦੇ ਹੈਗੇ ਆ। ਆ 2 ਕੁੜੀਆਂ ਦੇ ਇਹਨਾਂ ਨੇ ਮਾਰ ਦਿੱਤੀਆਂ ਗੋਲੀਆਂ। ਉਹ ਕੰਗਣਾ ਰਣਾਵਤ ਜਿਹੜੀ ਕਹਿੰਦੀ ਸੀਗੀ, ਜਿਹੜੀ ਇਹਨਾਂ ਦੇ ਮਾਮਾ ਨੂੰ ਦੱਸਦੀ ਸੀਗੀ ਕਿ 100 ਰੁਪਏ ਦੇ ਦਿਹਾੜੀ ਤੇ ਆਈਆਂ, ਇਹਨਾਂ ਦੀ ਹਿੰਮਤ ਹੋਈ ਉਹਦਾ ਬਾਲ ਵੀ ਵਿੰਗਾ ਕਰਨ ਦੀ। ਕਿਸੇ ਨੇ ਥੱਪੜ ਵੀ ਮਾਰਿਆ ਉਹਦੇ। ਇਹਨਾਂ ਦਾ ਜ਼ੋਰ ਗਰੀਬਾਂ ਦੇ ਉੱਤੇ ਕਿਉਂ ਚੱਲਦਾ? ਗਰੀਬਾਂ ਦੇ ਬੱਚੇ ਨੂੰ ਕਿਉਂ ਅੱਗੇ ਵਧਣ ਤੋਂ ਰੋਕਿਆ ਜਾਂਦਾ? ਕਿਉਂਕਿ ਦੇਖੋ ਇਹਨਾਂ ਵਿੱਚ ਵੀ ਜਾਤ ਪਾਤ ਆ ਗਿਆ। ਸਾਡੇ ਗੁਰੂਆਂ ਨੇ ਸਾਨੂੰ ਬ੍ਰਾਹਮਣਵਾਦ ਤੋਂ ਛੁਡਾ ਕੇ ਸਾਨੂੰ ਸਿੱਖੀ ਦੇ ਵਿੱਚ ਲੈ ਕੇ ਆਂਦਾ, ਜਾਤ ਪਾਤ ਚੋਂ ਕੱਢਿਆ। ਸਾਨੂੰ ਗੁਰੂਆਂ ਰਹਿਬਰਾਂ ਨੇ ਸਾਨੂੰ ਬਰਾਬਰ ਦੀ ਇਨੀ ਕੀ ਕਿਰਪਾ ਸੇ ਸਜੇ ਹੈ ਹਮ। ਉਹ ਕਹਿੰਦੇ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਸਾਡੇ ਸਿਰ ਦੇ ਅੱਜ ਤਾਜ ਸਜੇ ਆ, ਠੀਕ ਆ ਨਾ। ਤੇ ਸਾਨੂੰ ਬਰਾਬਰਤਾ ਦੀ ਗੱਲ ਕੀਤੀ, ਮਾਨਸ ਕੀ ਜਾ ਸਭ ਏਕੇ ਪਹਿਚਾਨਵੋ। ਤੇ ਇਹ ਜਿਹੜੇ ਲੋਕ ਆ ਇਹ ਕਹਿੰਦੇ ਨਹੀਂ ਹੁਣ ਅਸੀਂ ਕਿਸਾਨ ਰਹੀਏ, ਅਸੀਂ ਜ਼ਿਮੀਂਦਾਰ ਹੋਣਗੇ। ਤੇ ਹੁਣ ਜਿਹੜੇ ਮਜ਼ਦੂਰ ਆ, ਜਿਹੜਾ ਖੇਤ 'ਚੋਂ ਅੰਨ ਉਗਾਉਣ ਵਾਲਾ, ਉਹ ਸਾਡੇ ਥੱਲੇ ਜਿਹੜਾ ਆ ਉਹ ਮਜ਼ਦੂਰ ਹੀ ਰਵੇ। ਉਹਦਾ ਬੱਚਾ ਪੜ੍ਹ ਲਿਖ ਨਾ ਸਕੇ, ਉਹਦਾ ਬੱਚਾ ਬਾਹਰ ਨਾ ਜਾ ਸਕੇ, ਤਰੱਕੀ ਨਾ ਕਰ ਸਕੇ, ਉਹ ਆਪਣੇ ਪੈਰਾਂ ਦੇ ਉੱਤੇ ਖੜ੍ਹ ਨਾ ਸਕੇ। ਕਿਉਂਕਿ ਜਿਹੜੇ ਕਿਰਤੀ ਲੋਕ ਆ, ਚਾਹੇ ਬਾਬਾ ਨਾਨਕ ਆ, ਚਾਹੇ ਗੁਰੂ ਰਵਿਦਾਸ ਮਹਾਰਾਜ ਆ, ਇਹਨਾਂ ਸਾਰੇ ਰਹਿਬਰਾਂ ਨੇ ਕਿਰਤੀ ਲੋਕਾਂ ਦੀ ਗੱਲ ਕੀਤੀ ਆ। ਸਾਨੂੰ ਆਪਣਾ ਹੱਥਾਂ ਦੇ ਨਾਲ ਕਮਾ ਕੇ ਕਿਰਤ ਕਰਕੇ ਖਾਣਾ ਦੱਸਿਆ, ਠੀਕ ਆ ਨਾ। ਸਾਨੂੰ ਅਸੀਂ ਨਹੀਂ ਕਹਿੰਦੇ। ਦੇਖੋ ਸਾਡੀ ਰਿਜ਼ਰਵੇਸ਼ਨ ਦਾ ਇਹ ਵਿਰੋਧ ਕਰਦੇ ਆਏ ਆ ਕਿ SC ST ਲੋਕ ਜਿਹੜੇ ਆ ਉਹ ਰਿਜ਼ਰਵੇਸ਼ਨ ਲੈਂਦੇ ਆ। ਤੁਸੀਂ ਇੰਨੀਆਂ ਸਬਸਿਡੀਆਂ ਲੈਂਦੇ ਆ, ਤੁਹਾਡੇ ਕਰਜ਼ੇ ਮਾਫ ਹੁੰਦੇ ਆ, ਤੁਹਾਨੂੰ ਟਰੈਕਟਰਾਂ ਦੇ ਉੱਤੇ ਕਰਜ਼ਾ। ਸਾਡੇ ਬੱਚੇ ਜੇ ਪੜ੍ਹਦੇ ਆ
ਤੇ ਉਹ ਪੜ੍ਹਨ ਲਈ ਪੋਸਟ ਮੈਟ੍ਰਿਕ ਸਕੀਮ ਲੈਂਦੇ ਆ, ਉਹਦੇ ਲਈ ਵੀ ਸਾਡੇ ਬੱਚਿਆਂ ਨੂੰ ਜਿਹੜਾ ਸੜਕਾਂ ਦੇ ਉੱਤੇ ਰੋਲਣਾ ਪੈਂਦਾ, ਧਰਨੇ ਲਾਉਣੇ ਪੈਂਦੇ ਆ, ਉਹਦਾ ਵੀ ਇਹ ਲੋਕ ਵਿਰੋਧ ਕਰਦੇ ਆ। SC ST ਐਕਟ ਵੇਲੇ ਅਸੀਂ SC ਸਮਾਜ ਦੇ ਲੋਕਾਂ ਨੇ ਹੀ, ਜਾਂ ਰਵਿਦਾਸੀ ਹੋਣਗੇ, ਵਾਲਮੀਕੀ ਭਾਈਚਾਰੇ ਹੋਣਗੇ, ਕਬੀਰਪੰਥੀ ਹੋਣਗੇ, ਇਹਨਾਂ ਲੋਕਾਂ ਨੇ ਸੜਕ ਦੇ ਆ ਕੇ ਲੜਾਈਆਂ ਲੜੀਆਂ। ਦੱਸੋ ਸਾਡਾ ਇਹਨਾਂ ਨੇ ਕਿੰਨਾ ਕੁ ਸਾਥ ਦਿੱਤਾ। ਅੱਜ ਜੇ ਕਿਸਾਨ ਅੰਦੋਲਨ ਚੱਲਿਆ ਹੈ, ਕਹਿੰਦੇ ਜੀ ਲੋਕ ਵਿਰੋਧੀ ਆ, ਇਕੱਠੇ ਹੋ ਜਾਓ। ਕੀ ਗੱਲ ਉਹ ਲੋਕ ਵਿਰੋਧੀ ਨਹੀਂ ਸੀਗੇ ਜਦੋਂ ਇਹਨਾਂ ਨੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚੋਂ ਕਹਿ ਕੇ ਬਾਈਕਾਟ ਕੀਤੇ, ਔਰ ਬਾਈਕਾਟ ਕਰਕੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਗੁਰੂਆਂ ਰਹਿਬਰਾਂ ਦੇ ਇਹ ਨਾਅਰੇ ਲਾ ਲੈਂਦੇ। ਮੈਂ ਕਹਿੰਦਾ ਕਿ ਦੇਖੋ ਅਸੀਂ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰਫ ਪੂਜਨ ਤੱਕ ਸੀਮਤ ਰਹੇ ਹਾਂ। ਗੁਰਦੁਆਰੇ ਚਲ ਗਏ, ਮੱਥਾ ਟੇਕ ਲਿਆ, ਬਸ ਠੀਕ ਆ ਜੀ, ਕੜਾਹ ਖਾ ਕੇ ਘਰ ਨੂੰ ਆ ਗਏ। ਅਸੀਂ ਗੁਰੂਆਂ ਰਹਿਬਰਾਂ ਦੀ ਸੋਚ ਲਾਗੂ ਕਰਨ ਦੀ ਜਿਹੜੀ ਗੱਲ ਨਹੀਂ ਕੀਤੀ। ਇਸ ਕਰਕੇ ਮੈਂ ਲੋਕਾਂ ਨੂੰ ਇਹੀ ਗੱਲ ਕਹਿੰਦਾ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੱਲ ਕੀਤੀ ਸੀਗੀ ਕਿ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਆਪਣੇ ਨਿਜ ਬਲ ਸੇ ਲੈ ਹੈ। ਜੇ ਤੁਸੀਂ ਆਪਣੀ ਰੱਖਿਆ ਚਾਹੁੰਦੇ ਹੋ, ਜੇ ਆਪਣੇ ਬੱਚਿਆਂ ਨੂੰ ਇਸ ਦੇਸ਼ ਦੇ ਵਿੱਚ ਚਾਹੁੰਦੇ ਹੋ ਕਿ ਸੇਫ ਰਹਿਣ, ਆਪਣੀਆਂ ਬੱਚੀਆਂ ਸਾਡੀਆਂ ਪੜ੍ਹ ਲਿਖ ਜਾਣ, ਕਿਉਂਕਿ ਦੇਖੋ ਇਸ ਦੇਸ਼ ਦਾ ਜਿਹੜਾ ਹਰ ਇੱਕ ਸੱਤਾਧਾਰੀ ਆ, ਜਿਹੜੇ 20 25 ਸਾਲ ਵੀ MLA ਰਹਿ ਗਏ ਨਾ, ਉਹ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਆ। ਉਹ ਵੀ ਆਪਣੇ ਬੱਚਿਆਂ ਨੂੰ ਇਸ ਦੇਸ਼ ਦੇ ਵਿੱਚ ਰੱਖ ਕੇ ਰਾਜੀ ਨਹੀਂ ਹੈਗੇ। ਔਰ ਕਰੋਨਾ ਦੇ ਟਾਈਮ ਤੇ ਤੁਸੀਂ ਦੇਖ ਲਓ ਕਿ ਜਿਨ੍ਹਾਂ ਨੇ ਪੰਜਾਬ 'ਚ 25 ਸਾਲ ਰਾਜ ਕੀਤਾ, ਉਹ ਦਿੱਲੀ ਜਾ ਕੇ ਐਡਮਿਟ ਹੋਏ ਆ। ਇਹਨਾਂ ਤੋਂ ਇੱਕ ਚੰਗੇ ਹਸਪੀਟਲ ਨਹੀਂ ਖੋਲ੍ਹ ਹੋਏ, ਚੰਗੇ ਇਹਨਾਂ ਕੋਲ ਸਕੂਲ ਨਹੀਂ ਖੋਲ੍ਹ ਹੋਏ। ਅੱਜ ਸਾਡੀਆਂ ਧੀਆਂ ਭੈਣਾਂ ਦੇ ਉੱਤੇ ਜੇ ਇਹ ਕਤਲ ਹੋ ਰਹੇ, ਜੇ ਉਹਨਾਂ ਦੇ ਗੋਲੀਆਂ ਚੱਲ ਰਹੀਆਂ, ਉਹਦਾ ਇਹੀ ਕਾਰਨ ਆ ਕਿ ਸਾਡੀਆਂ ਭੈਣਾਂ ਪੜ੍ਹ ਲਿਖ ਗਈਆਂ। ਕਿਉਂਕਿ ਪਹਿਲਾਂ ਇਹਨਾਂ ਨੇ ਸਾਨੂੰ ਰਿਜ਼ਰਵੇਸ਼ਨ ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਬਰਾਬਰ ਆਉਣ ਲਈ ਦਿੱਤੀ ਸੀਗੀ, ਉਹਦੇ ਵਿੱਚ ਇਹ ਸਾਨੂੰ ਰੋਕਾਂ ਲਾਉਂਦੇ ਰਹੇ ਆ। ਸਾਨੂੰ ਜਿਹੜੇ ਉਹ ਸਕੂਲਾਂ 'ਤੇ ਰੋਕਾਂ ਲਾਉਂਦੇ ਰਹੇ ਆ। ਸਾਡੇ ਉੱਤੇ ਅੱਜ ਤੱਕ ਜ਼ੁਲਮ ਜਾਤੀਆਂ ਅਤਿਆਚਾਰੀ ਹੁੰਦੇ ਰਹੇ ਆ। ਅੱਜ ਜੇ ਸਾਡੇ ਬਾਹਰਲੇ ਦੇਸ਼ਾਂ ਨੇ ਸਾਡਾ ਰਾਹ ਖੋਲ੍ਹ ਦਿੱਤਾ, ਸਾਡੇ ਬੱਚੇ ਪੜ੍ਹ ਲਿਖ ਕੇ ਬਾਹਰ ਜਾਣ ਲੱਗ ਪਏ, ਸਾਡੇ ਲੋਕ ਉੱਥੇ ਜਾ ਕੇ ਟਰਾਲੇ ਚਲਾਉਣ ਲੱਗ ਪਏ, ਤਰੱਕੀਆਂ ਕਰਨ ਲੱਗ ਪਏ, ਬਰਾਬਰ ਆਉਣ ਲੱਗ ਪਏ, ਇਹਨਾਂ ਦੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਪਿਆ। ਕਿਉਂਕਿ ਇਹ ਅੱਜ ਵੀ ਲੋਕ ਸਾਨੂੰ ਵਿਹੜੇ ਵਾਲੇ ਸਾਦੇ ਆ ਪਿੰਡਾਂ ਦੇ ਵਿੱਚ। ਅਸੀਂ ਉੱਥੇ ਕੀ ਮਾੜੇ ਮੋਟੇ ਹੈਗੇ ਜਿੱਥੇ ਅਸੀਂ ਇਕੱਠੇ ਲੋਕ ਆ, ਸਾਡੀਆਂ ਬਰਾਦਰੀਆਂ ਨੇ ਤਰੱਕੀ ਕੀਤੀ ਆ। ਔਰ ਸੈਂਟਰ ਸਰਕਾਰ ਨੇ ਜਿਹੜਾ ਸਭ ਕੁਝ ਪ੍ਰਾਈਵੇਟੇਸ਼ਨ ਕਰ ਦਿੱਤਾ, ਰੇਲਾਂ ਪ੍ਰਾਈਵੇਟ ਹੋ ਗਈਆਂ, 에ਅਰਪੋਰਟ ਪ੍ਰਾਈਵੇਟ ਹੋ ਗਏ ਹੈਗੇ ਆ, BSN LIC ਸਭ ਕੁਝ ਵੇਚ ਦਿੱਤਾ। ਸਾਡੇ ਲੋਕ ਜਿਹੜੇ ਬੈਂਕ ਮੈਨੇਜਰ ਲੱਗਦੇ ਸੀਗੇ, ਜਿਹੜੇ ਮੈਨੂੰ LIC ਦੇ ਵਿੱਚ ਮੈਨੇਜਰ ਲੱਗਦੇ ਸੀਗੇ, BSN ਦੇ ਵਿੱਚ ਲੱਗਦੇ ਸੀਗੇ, ਉਹ ਵੀ ਅੱਜ ਆਪਣੇ ਨਿਆਣਿਆਂ ਨੂੰ ਦੁਬਈ ਭੇਜ ਰਹੇ ਆ। ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਸਮਾਜ ਦੁਬਾਰਾ ਪਿੱਛੇ ਨੂੰ ਜਾ ਰਿਹਾ। ਔਰ ਪੰਜਾਬ ਦੇ ਵਿੱਚ ਜਿਹੜੀਆਂ ਇਹ ਘਟਨਾਵਾਂ ਕਦੀ ਸੁਣੀਆਂ ਨਹੀਂ ਸੀਗੀਆਂ, ਉਹਨਾਂ ਦਾ ਕਾਰਨ ਇਹੀ ਆ ਕਿ ਸਾਡੇ ਉੱਤੇ ਇਹ ਘਟਨਾਵਾਂ। ਇਹਦਾ ਹੱਲ ਨਿਕਲੇਗਾ ਹੁਣ ਕੋਈ, ਜਾਂ ਇਸ ਤੋਂ ਅਗਲੀ ਰਣਨੀਤੀ ਕੁਝ ਹੋਰ ਤਿਆਰ ਹੋਏਗੀ? ਇਸ ਦੀ ਰਣਨੀਤੀ ਇਹੀ ਤਿਆਰ ਹੋ ਸਕਦੀ ਆ ਕਿ ਜਿਹੜੀ ਗੁਰੂ ਰਵਿਦਾਸ ਮਹਾਰਾਜ ਨੇ ਗੱਲ ਕਹੀ ਕਿ ਸਾਧ ਸੰਗਤ ਜੀ ਦੇ ਰਹੀਏ ਮਾਧੋ ਜੈਸੇ ਮਦਨ ਮਖੀਰਾ। ਸਾਨੂੰ ਜਿਹੜਾ ਆ ਆਪਣੇ ਗੁਰੂਆਂ ਰਹਿਬਰਾਂ ਦੇ ਉੱਤੇ, ਭਗਵਾਨ ਵਾਲਮੀਕ ਮਹਾਰਾਜ ਜੀ ਦੀ ਸੋਚ ਦੇ ਉੱਤੇ ਜਿਹੜੀ ਚੱਲਣ ਦੀ ਲੋੜ ਆ। ਔਰ ਅਸੀਂ ਆਪਣੀ ਗੁਰੂਆਂ ਦੀ ਸੋਚ ਨੂੰ ਅਪਣਾ ਕੇ ਹੀ, ਬਾਬਾ ਸਾਹਿਬ ਅੰਬੇਡਕਰ ਦੇ ਦਿੱਤੇ ਹੋਏ ਸਿਧਾਂਤਾਂ ਦੇ ਚੱਲ ਕੇ ਹੀ, ਇਹਨਾਂ ਮਨੂਵਾਦੀ ਪਾਰਟੀਆਂ ਦੇ ਮਗਰ ਨਾ ਲੱਗ ਕੇ। ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਜਿਹੜਾ 5 ਸਾਲ ਦਾ ਟਾਈਮ ਪੀਰੀਅਡ ਦਿੱਤਾ ਸੀਗਾ, ਅੱਜ 70 ਸਾਲ ਹੋ ਗਏ ਆ। ਸਾਨੂੰ ਆਪਣੇ ਉੱਤੇ ਦੇਖਣਾ ਚਾਹੀਦਾ, ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਣਾ ਚਾਹੀਦਾ ਕਿ ਅਸੀਂ 70 ਸਾਲ ਦੇ ਉੱਤੋਂ ਅਸੀਂ ਆਪਣੇ ਬੱਚਿਆਂ ਲਈ ਸੇਫ ਵੀ, ਸਾਡੇ ਬੱਚੇ ਵੀ ਇਹ ਦੇਸ਼ ਦੇ ਵਿੱਚ ਸੇਫ ਰਹਿ ਸਕਣ। ਅਸੀਂ ਇੱਦਾਂ ਦਾ ਦੇਸ਼ ਵੀ ਜਿਹੜਾ ਨਹੀਂ ਬਣਾ ਸਕੇ। ਔਰ ਸਾਨੂੰ ਇਕੱਠੇ ਹੋ ਕੇ ਆਪਣੀਆਂ ਜਾਤਾਂ ਪਾਤਾਂ ਭੁੱਲ ਕੇ, ਤਿਆਗ ਕੇ ਇੱਕ ਇਨਸਾਨੀਅਤ ਦੀ, ਸਮੁੱਚੀ ਮਾਨਵਤਾ ਦੀ, ਔਰ ਖਾਸ ਕਰਕੇ ਸੰਵਿਧਾਨ ਨੂੰ ਬਚਾਉਣ ਦੇ ਲਈ, ਆਪਣੇ ਗੁਰੂ ਰਹਿਬਰਾਂ ਦੀ ਸੋਚ ਨੂੰ ਬਚਾਉਣ ਦੇ ਲਈ, ਬਾਬਾ ਸਾਹਿਬ ਅੰਬੇਡਕਰ ਦੇ ਦਿੱਤੇ ਹੋਏ ਸੰਵਿਧਾਨ ਨੂੰ ਬਚਾਉਣ ਦੇ ਲਈ ਇਕੱਠੇ ਹੋਣਾ ਪੈਣਾ। ਅੱਜ ਕਿਸਾਨ ਵੀ ਦਿੱਲੀ ਤਦੀ ਬੈਠੇ ਆ ਕਿਉਂਕਿ ਉਹਨਾਂ ਨੇ ਜਿਹੜਾ ਆ RSS ਦੇ ਕੋਲ 20 ਸਾਲ ਆਪਣੇ ਆਪ ਨੂੰ ਵੇਚੀ ਰੱਖਿਆ। 25 ਸਾਲ ਤੋਂ ਅਕਾਲੀ ਦਲ ਦੇ ਨਾਲ ਸਮਝੌਤਾ ਚੱਲਿਆ। ਬਾਦਲਾਂ ਵਰਗਿਆਂ ਨੇ, ਕੈਪਟਨ ਵਰਗਿਆਂ ਨੇ ਸਿਰਾਂ ਦੇ ਪੱਗਾਂ ਬੰਨੀਆਂ ਇਹਨਾਂ ਲੋਕਾਂ ਨੂੰ ਬੇਵਕੂਫ ਬਣਾਉਣ ਲਈ। ਥੱਲੇ ਉਹਨਾਂ ਨੇ RSS ਵਾਲੇ ਕੱਛੇ ਪਾਏ ਆ ਜਿਹੜੇ ਤੁਹਾਨੂੰ ਨਜ਼ਰ ਨਹੀਂ ਆਉਂਦੇ। ਜਦੋਂ ਸੁਖਬੀਰ ਬਾਦਲ ਹੋਣੀ ਪੰਜਾਬ ਦੇ ਵਿੱਚ ਲਿਆ ਕੇ ਤੁਸੀਂ 20 ਸਾਲ ਪੁਰਾਣੀਆਂ ਰੈਲੀਆਂ ਕੱਢ ਲਓ ਕਿ ਤੁਹਾਨੂੰ ਰੈਲੀਆਂ ਦੇ ਵਿੱਚ ਕੌਣ ਨਜ਼ਰ ਆਉਣਗੇ, ਤੁਹਾਨੂੰ ਉਹਦੇ ਵਿੱਚ 80% ਕਿਸਾਨ ਨਜ਼ਰ ਆਉਣਗੇ। ਹਰਿਮੰਦਰ ਸਾਹਿਬ ਜਿਹਨੂੰ ਅਸੀਂ ਦਰਬਾਰ ਸਾਹਿਬ ਕਹਿੰਦੇ ਆ, ਉਹ ਮੋਦੀ ਨੂੰ ਇਹ ਗਿਫਟ ਕਰਦੇ ਨਜ਼ਰ ਆਉਣਗੇ ਸਟੇਜਾਂ ਦੇ ਉੱਤੇ। ਮੋਦੀ ਦੇ ਧੱਕੇ ਨਾਲ ਇਹ ਪੱਗਾਂ ਬੰਨ੍ਹਦੇ ਨਜ਼ਰ ਆਉਣਗੇ। ਔਰ ਅਸੀਂ ਇਹਨਾਂ ਦੇ, ਹੁਣ ਵੀ ਮੈਂ ਕਹਿੰਦਾ ਇਹਨਾਂ ਦੇ ਜ਼ਮੀਰ ਨਹੀਂ ਜਾਗੇ। ਖੇਮਕਰਨ ਰੈਲੀ ਦੇ ਵਿੱਚ ਹਜ਼ਾਰਾਂ ਦਾ ਇਹਨਾਂ ਨੇ ਇਕੱਠ ਕੀਤਾ, ਉੱਥੋਂ ਸਾਨੂੰ ਸਾਬਤ ਹੁੰਦਾ ਕਿ ਸਾਡੇ ਜ਼ਮੀਰ ਹੱਲੇ ਵੀ ਮਰੇ ਆ। ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਪੰਜਾਬ ਦਾ ਜਿਹੜਾ ਬੱਚਾ ਕਿਸਾਨ ਜਿਹੜਾ ਬਜ਼ੁਰਗ ਵੀ 80 ਸਾਲਾਂ ਦਾ ਵੀ 50 ਸਾਲਾਂ ਦਾ ਵੀ ਦਿੱਲੀ ਜਾ ਕੇ ਬੈਠਾ। ਦੂਜੇ ਪਾਸੇ ਅਸੀਂ ਪੰਜਾਬ ਦੇ ਵਿੱਚ ਹਜ਼ਾਰਾਂ ਲੋਕ ਇਕੱਠੇ ਕਰਕੇ ਕਿਸਾਨ ਵੱਡੀਆਂ ਰੈਲੀਆਂ ਕਰ ਰਹੇ ਆ। ਔਰ ਅਸੀਂ 22 ਦੇ ਇਲੈਕਸ਼ਨਾਂ ਦੀ ਤਿਆਰੀ ਕਰ ਰਹੇ ਆ। ਇਸ ਟਾਈਮ ਮੁੱਖ ਮੰਤਰੀ ਬਣਾਉਣੇ ਜ਼ਰੂਰੀ ਨੇਗੇ ਆਪਣੀ ਜਾਤ ਦੇ, ਇਸ ਟਾਈਮ MLA MP ਬਣਾਉਣੇ ਜ਼ਰੂਰੀ ਨੇਗੇ। ਇਸ ਟਾਈਮ ਲੜਾਈ ਹੈ ਸੰਵਿਧਾਨ ਨੂੰ ਬਚਾਉਣ ਦੀ। ਜੇ ਸੰਵਿਧਾਨ ਬਚ ਗਿਆ ਤੇ ਅਸੀਂ ਸਾਰੇ ਬਚ ਜਾਵਾਂਗੇ, ਨਹੀਂ ਤਾਂ ਅਸੀਂ 85% ਲੋਕ ਆਪਸ ਦੇ ਵਿੱਚ ਲੜ ਕੇ ਮਰ ਜਾਵਾਂਗੇ ਇੱਕ ਦੂਜੇ ਨੂੰ। ਕਿਉਂਕਿ ਮਨੂਵਾਦ ਨੇ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਉਲਝਾਇਆ ਹੋਇਆ ਆ। ਇਹ ਕਹੀ ਜਾਂਦੇ ਵੀ ਸਾਡੀ ਜਾਤ ਵੱਡੀ ਆ, ਅਸੀਂ ਕਹੀ ਜਾਂਦੇ ਸਾਡੀ ਜਾਤ ਵੱਡੀ ਆ, ਦੂਜਾ ਕਹੀ ਜਾਂਦਾ ਨਹੀਂ ਜੀ ਮੇਰੀ ਜੱਟ ਜਾਤ ਵੱਡੀ ਆ, ਅਸੀਂ ਕਹੀ ਜਾਂਦੇ ਸਾਡੀ ਚਮਾਰ ਜਾਤ ਵੱਡੀ ਆ। ਸਾਨੂੰ ਜਾਤਾਂ ਪਾਤਾਂ ਡੇਰਿਆਂ ਦੇ ਵਿੱਚੋਂ ਨਿਕਲ ਕੇ, ਪਾਰਟੀਆਂ ਤੋਂ ਉੱਪਰ ਉੱਠ ਕੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਆ। ਇਸ ਕਰਕੇ ਸਾਨੂੰ ਇਕੱਠੇ ਹੋਣਾ ਪੈਣਾ। ਔਰ ਖਾਸ ਕਰਕੇ ਮੈਂ ਦੇਸ਼ ਦੇ ਨੌਜਵਾਨ ਨੂੰ ਬੇਨਤੀ ਕਰਦਾ ਕਿ ਇਹਨਾਂ ਲੀਡਰਾਂ ਦੇ ਮਗਰ ਲੱਗਣਾ ਛੱਡ ਦਿਓ, ਇਹਨਾਂ ਦੀਆਂ ਰੈਲੀਆਂ ਦੇ ਵਿੱਚ ਜਾਣਾ ਛੱਡ ਦਿਓ। ਅੱਜ ਰੈਲੀਆਂ ਆ, ਤੁਸੀਂ ਆਪਾਂ ਰੈਲੀ ਕੱਢ ਕੇ ਹਟੇ ਨਾ ਰੋਸ ਮਾਰਚ, ਇਹ ਆਪਣੀਆਂ ਭੈਣਾਂ ਨੂੰ ਬਚਾਉਣ ਦੀ ਆ।
ਕਹਿੰਦੇ ਕਿ ਧੀਆਂ ਭੈਣਾਂ ਪੁੱਛਿਆ ਕਿ ਅੱਜ ਦੀ ਰੈਲੀ ਤੋਂ ਬਾਅਦ ਅਗਲੀ ਰਣਨੀਤੀ ਕੀ ਰਹੇਗੀ, ਕੀ ਲੱਗਦਾ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ। ਮੈਂ ਅੱਜ ਇਹ ਮੈਸੇਜ ਲਾਉਣਾ ਚਾਹੁੰਦਾ ਕਿ ਇਹਨਾਂ ਨੂੰ ਸਿਰਫ ਮਜ਼ਦੂਰਾਂ ਦੀਆਂ ਧੀਆਂ ਨਾ ਸਮਝਿਆ ਜਾਵੇ, ਇਹਨਾਂ ਨੂੰ ਸਿਰਫ ਰਵਿਦਾਸੀਆ ਸਮਾਜ ਦੀਆਂ ਧੀਆਂ ਨਾ ਸਮਝਿਆ ਜਾਵੇ। ਇਹ ਇੱਕ ਸਮੁੱਚੀ ਔਰਤ ਜਾਤ ਦੇ ਉੱਤੇ ਅਤਿਆਚਾਰ ਆ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਜਦੋਂ ਔਰਤ ਨੂੰ ਹੱਕ ਲੈ ਕੇ ਦਿੱਤੇ, ਉਹਨਾਂ ਨੇ ਕਿਸੇ ਜਾਤ ਦੀ ਗੱਲ ਨਹੀਂ ਕੀਤੀ, ਪੂਰੇ ਦੇਸ਼ ਦੀਆਂ ਔਰਤਾਂ ਨੂੰ ਹੱਕ ਲੈ ਕੇ ਦਿੱਤੇ ਆ। ਔਰ ਹਰ ਇੱਕ ਗਲੀ ਮਹੱਲੇ ਨਗਰ ਦੇ ਵਿੱਚ ਔਰਤਾਂ ਦੇ ਹੱਕ ਦੇ ਵਿੱਚ, ਖਾਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਲੋਕ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜਾ ਆ ਉਹ ਬਾਣੀ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ। ਸਾਡੇ ਗੁਰੂਆਂ ਰਹਿਬਰਾਂ ਨੇ ਔਰਤ ਨੂੰ ਬਹੁਤ ਵੱਡਾ ਦਰਜਾ ਦਿੱਤਾ। ਔਰਤ ਦੇ ਹੱਕ ਦੇ ਵਿੱਚ ਇਹਨਾਂ ਧੀਆਂ ਭੈਣਾਂ ਨੂੰ ਇਨਸਾਫ ਦਿਵਾਉਣ ਦੇ ਲਈ ਔਰ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੇ ਲਈ ਕਿ ਗਾਂ ਤੋਂ ਇਦਾਂ ਦੀ ਕੋਈ ਘਟਨਾ ਖਾਸ ਕਰਕੇ ਪੰਜਾਬ ਦੇ ਵਿੱਚ ਨਾ ਵਾਪਰੇ। ਆਸ ਕਰਦੇ ਹਾਂ ਕਿ ਪੂਰੇ ਦੇਸ਼ ਦੇ ਵਿੱਚ ਹੀ ਨਾ ਵਾਪਰੇ। ਵਰੁਣ ਜੀ, ਜਿੰਨੀ ਦੇਰ ਤੱਕ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਉਨੀ ਦੇਰ ਤੱਕ ਤੁਹਾਡਾ ਕੀ ਐਕਟੀਵਿਟੀ ਰਹੇਗੀ? ਸਾਡਾ ਪ੍ਰੋਟੈਸਟ ਜਾਰੀ ਰਹੂਗਾ। ਅੱਜ ਅਸੀਂ ਬੂਟਾ ਮੰਡੀ ਇੱਥੋਂ ਸ਼ੁਰੂਆਤ ਕਰ ਦਿੱਤੀ ਹੈਗੀ ਆ ਔਰ ਹਰ ਇੱਕ ਗਲੀ ਮਹੱਲੇ ਪਿੰਡਾਂ ਨਗਰ ਤੱਕ ਸੁਨੇਹਾ ਪਹੁੰਚ ਗਿਆ ਹੈਗਾ ਆ, ਦੇਸ਼ਾਂ ਵਿਦੇਸ਼ਾਂ ਤੱਕ ਇਹ ਖਬਰ ਪਹੁੰਚ ਗਈ ਹੈਗੀ ਆ। ਜਦ ਤੱਕ ਅਸੀਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਨਹੀਂ ਦਿਵਾ ਦਿੰਦੇ, ਅਸੀਂ ਰੈਗੂਲਰ ਜਿਹੜਾ ਪ੍ਰੋਟੈਸਟ ਦੇ ਵਿੱਚ ਜਾਰੀ ਰਵਾਂਗੇ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸੀ ਸਾਡੇ ਨਾਲ ਵਰੁਣ ਕਲੇਰ ਤੇ ਇਹਨਾਂ ਨੇ ਅੱਜ ਸਾਨੂੰ ਜਿਹੜੀ ਜਾਣਕਾਰੀ ਦਿੱਤੀ ਹੈ। ਮੈਂ ਦੁਬਾਰਾ ਇੱਕ ਵਾਰ ਫੇਰ ਦੱਸ ਦਵਾਂ, ਤਹਿਸੀਲ ਨਿਹਾਲ ਸਿੰਘ ਦੇ ਨੇੜੇ ਪਿੰਡ ਮਾਣਕੂ ਦੇ ਕੋਲ ਗੱਡੀ ਚੱਲਦੀ, ਗੱਡੀ ਦੇ ਵਿੱਚ ਦੋ ਸਖੀਆਂ ਭੈਣਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੀਗੀਆਂ। ਅਮਨਦੀਪ ਨੂੰ ਤੇ ਕਮਲਪ੍ਰੀਤ ਨੂੰ, ਦੋਨੇ ਸਖੀਆਂ ਭੈਣਾਂ ਸੀ। ਮੋਗਾ ਦੇ ਵਿੱਚ ਇਹ ਘਟਨਾ ਵਾਪਰੀ ਹੈ। ਸੋ ਇਹ ਘਟਨਾ ਨੇ ਸਾਰੇ ਲੋਕਾਂ ਨੂੰ ਹਿਲਾ ਦਿੱਤਾ ਹੈ, ਕਿਉਂਕਿ ਦੁਬਾਰਾ ਉਹ ਚੀਜ਼ਾਂ ਦੁਹਰਾਈਆਂ ਜਾ ਰਹੀਆਂ ਨੇ ਕਿ ਦਲਿਤਾਂ ਦੀਆਂ ਕੁੜੀਆਂ ਨੂੰ ਕਿਵੇਂ ਮਾਰਿਆ ਜਾ ਰਿਹਾ ਹੈ। ਕਿ ਗਲਤੀ ਸਿਰਫ ਇੰਨੀ ਦੱਸੀ ਜਾ ਰਹੀ ਹੈ ਕਿ ਉਹਨਾਂ ਨੇ ਮਨਾ ਕੀਤਾ ਸੀਗਾ, ਉਹਨਾਂ ਨੂੰ ਕਿਸੇ ਚੀਜ਼ ਤੋਂ ਕੋਈ ਗੱਲ ਹੋਈ ਸੀ ਉਹਨਾਂ ਦੀ ਆਪਸ ਦੇ ਵਿੱਚ। ਪਹਿਲਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਅਗਵਾ ਵੀ ਕੀਤਾ ਗਿਆ ਸੀ ਅਲਟੋ ਕਾਰ ਦੇ ਵਿੱਚ। ਤੇ ਅੱਜ ਜਿਹੜੀ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ, ਪ੍ਰੋਟੈਸਟ ਦੇ ਵਿੱਚ ਇਹ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ। ਕਿ ਉਹਨਾਂ ਨੂੰ ਫਾਂਸੀ ਹੁੰਦੀ ਹੈ ਫਾਸਟ ਟਰੈਕ ਦੇ ਨਾਲ ਜਾਂ ਨਹੀਂ ਹੁੰਦੀ ਹੈ ਤਾਂ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਇਹੋ ਜਿਹੀਆਂ ਘਟਨਾਵਾਂ ਪਹਿਲਾਂ ਵੀ ਬਹੁਤ ਸਾਰੀਆਂ ਵਾਪਰ ਚੁੱਕੀਆਂ ਨੇ, ਚਾਹੇ ਉਹ ਪੰਜਾਬ ਹੈ ਚਾਹੇ ਸੂਬੇ ਤੋਂ ਬਾਹਰ ਦੇ। ਜਦੋਂ ਵੀ ਘਟਨਾ ਵਾਪਰਦੀਆਂ ਨੇ ਬਹੁਤ ਲੰਬਾ ਪ੍ਰੋਸੈਸ ਚੱਲੇ ਜਾਂਦਾ ਕਿ ਹੁਣ ਅਮਨਦੀਪ ਤੇ ਕਮਲਪ੍ਰੀਤ ਦੋਵਾਂ ਭੈਣਾਂ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ ਤਾਂ ਆਉਣ ਵਾਲਾ ਸਮਾਂ ਦੱਸੇਗਾ। ਸੋ ਇਹਨਾਂ ਦਾ ਪ੍ਰੋਟੈਸਟ ਜਾਰੀ ਰਹੇਗਾ। ਸੋ ਇਸੇ ਦੇ ਨਾਲ ਮੈਨੂੰ ਕੀਰਤੀ ਤੇ ਕੈਮਰਾਮੈਨ ਸ਼ੁਭਮ ਗਿੱਲ ਨੂੰ ਦੋ ਇਜਾਜ਼ਤ। ਧੰਨਵਾਦ।